ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਪਿਆ, ਪਰ ਮੀਂਹ ਪੈਣ ਦੇ ਬਾਵਜੂਦ ਪੰਜਾਬ ਦੇ ਵਿੱਚ ਲਗਭਗ 39 ਡਿਗਰੀ ਤੱਕ ਤਾਪਮਾਨ ਰਿਹਾ। ਯਾਨੀ ਕਿ ਮੀਂਹ ਪੈਣ ਤੋਂ ਬਾਅਦ ਇੱਕਦਮ ਫੇਰ ਹੁੰਮ ਜਿਹਾ ਹੋ ਗਿਆ ਤੇ ਇੱਕਦਮ ਭੜਾਸ ਜਿਹੀ ਨਿਕਲੀ, ਤੇ ਜਿਹਦੇ ਕਰਕੇ ਸੂਰਜ ਦੀ ਜਿਹੜੀ ਤਿੱਖੀ ਧੁੱਪ ਹੈ ਉਹਦੇ ਕਰਕੇ ਇੱਕਦਮ ਫੇਰ ਗਰਮੀ ਚੁਭਣ ਵਾਲੀ ਸੀ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ। ਪਰ ਪੰਜਾਬ ਦਾ ਮੌਸਮ ਇਸ ਵੇਲੇ ਝਕਾਨੀਆਂ ਜਿਹੀਆਂ ਦੇ ਰਿਹਾ, ਕਦੇ ਤਿੱਖੀ ਧੁੱਪ, ਕਦੇ ਬੱਦਲਵਾਈ, ਕਦੇ ਮੀਂਹ ਪੈਣ ਤੋਂ ਬਾਅਦ ਫੇਰ ਧਰਤੀ ਦੇ ਵਿੱਚੋਂ ਭੜਾਸ ਨਿਕਲਦੀ ਹੈ। ਯਾਨੀ ਕਿ ਗਰਮੀ ਹੈ ਜਿਹੜੀ ਉਹ ਕਦੇ ਵੱਧ ਜਾਂਦੀ ਹੈ ਤੇ ਕਦੇ ਘਟ ਵੀ ਜਾਂਦੀ ਹੈ। ਪਰ ਆਉਂਦੇ 48 ਘੰਟਿਆਂ ਦੇ ਵਿੱਚ ਸ਼ਾਇਦ ਮੀਂਹ ਪਵੇ, ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਪੰਜਾਬ ਦੀ ਸਰਗਰਮੀ ਦੇ ਨਾਲ ਜੁੜੀ ਹੋਈ। ਸਰਗਰਮੀ ਇਹ ਨਹੀਂ ਕਿ ਪੰਜਾਬ ਦੇ ਵਿਕਾਸ ਦੇ ਲਈ ਸਰਗਰਮੀ ਸ਼ੁਰੂ ਕਰਤੀ। ਸਰਗਰਮੀ ਹੈਗੀ ਹੈ ਕੁਰਸੀ ਦੇ ਪਾਵੇ ਨੂੰ ਹੱਥ ਪਾਉਣ ਦੀ, ਕਿ ਮੈਂ ਮੁੱਖ ਮੰਤਰੀ ਬਣਨਾ, ਮੈਂ ਉਹਨੂੰ ਪਰੇ ਕਰ ਦੇਣਾ, ਉਹ ਮਾੜਾ ਤੇ ਮੇਰੇ ਵਰਗਾ ਚੰਗਾ ਕੋਈ ਨਹੀਂ। ਇਸ ਵਕਤ ਦੋਸ਼ਾਂ ਕਦੋਸ਼ਾਂ ਦਾ, ਤਾਨਿਆਂ ਮਿਹਣਿਆਂ ਦਾ ਸਿਲਸਿਲਾ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ। ਤੇ ਹਾਲੇ ਇਹ ਫਿਲਮ ਦਾ ਟ੍ਰੇਲਰ ਹੈ, ਹਾਲੇ ਜਿਹੜੀ ਪੂਰੀ ਫਿਲਮ ਆ 2.5 ਘੰਟੇ ਦੀ, ਉਹ ਤਾਂ ਆਉਂਦੇ 7 ਮਹੀਨਿਆਂ ਦੇ ਵਿੱਚ ਸ਼ੁਰੂ ਹੋਣੀ ਆ। ਸੋ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਦੋਸ਼ਾਂ ਕਦੋਸ਼ਾਂ ਦਾ ਸਿਲਸਿਲਾ, ਛੜੱਪੇ ਮਾਰ ਕੇ ਦੂਜੀ ਪਾਰਟੀ ਦੇ ਵਿੱਚ ਜਾਣ ਦਾ ਸਿਲਸਿਲਾ, ਪਹਿਲੀ ਪਾਰਟੀ ਦੇ ਵਿੱਚੋਂ ਜਿੱਥੋਂ ਆਏ ਆਪਾਂ ਉਹਨੂੰ ਮਾੜਾ ਕਹਿਣ ਦਾ ਸਿਲਸਿਲਾ, ਤੇ ਨਵੀਂ ਦੇ ਵਿੱਚ ਆ ਕੇ ਇਹ ਗੱਲ ਕਹਿਣੀ ਕਿ ਮੈਂ ਪੰਜਾਬ ਦੇ ਵਿਕਾਸ ਨੂੰ ਇੱਥੇ ਠੀਕ ਸਮਝਦਾ, ਇਹ ਪਾਰਟੀ ਕਰ ਸਕਦੀ ਹੈ। ਇਹ ਬਿਆਨ ਅਸੀਂ ਬਹੁਤ ਵਾਰ ਸੁਣਾਂਗੇ, ਬਹੁਤ ਵਾਰ ਸੁਣੇ ਆ ਤੇ ਕੰਨ ਪੱਕੇ ਵੀ ਪਏ ਆ। ਕਈ ਲੋਕ ਮਗਰ ਲੱਗ ਜਾਣਗੇ ਤੇ ਕਈ ਲੋਕ ਕਹਿਣਗੇ ਨਾ, ਇਹ ਸਾਰੇ ਇੱਕੋ ਜਿਹੇ ਆ। ਸਭ ਦੀ ਆਪੋ ਆਪਣੀ ਬੁੱਧੀ ਆ, ਜਿਹਦੀ ਜਿੰਨੀ ਕੁ ਉਹ ਵਰਤ ਲੂਗਾ। ਪਰ ਜਿਹੜੀ ਵੱਡੀ ਗੱਲ ਆ ਉਹ ਇਹ ਆ ਕਿ ਜਦੋਂ ਹੁਣ ਚੋਣਾਂ ਨੇੜੇ ਆਉਣਗੀਆਂ, ਉਦੋਂ ਨਾਲ ਦੀ ਨਾਲ ਜਿਹੜੇ ਮੁਲਾਜ਼ਮ ਆਪਣੀਆਂ ਮੰਗਾਂ ਮਨਵਾਉਣੀਆਂ ਚਾਹੁੰਦੇ ਆ ਉਹ ਵੀ ਸੰਘਰਸ਼ ਤਿੱਖਾ ਕਰਨਗੇ। ਇਸ ਵਕਤ ਬੇਰੁਜ਼ਗਾਰ ਨੌਜਵਾਨ ਸੁਰਿੰਦਰਪਾਲ ਪਿੰਡ ਬਿਆਨਪੁਰਾ ਜ਼ਿਲ੍ਹਾ ਗੁਰਦਾਸਪੁਰ, ਇਹ 260 ਫੁੱਟ ਉੱਚੇ ਟਾਵਰ ਦੇ ਉੱਤੇ ਪਟਿਆਲੇ ਦੇ ਵਿੱਚ ਬੈਠਾ ਮੋਤੀ ਮਹਿਲ ਦੇ ਵੱਲ ਵਿਚਾਰਾ ਬਿਟ ਤੱਕ ਰਿਹਾ। ਪਰ 90 ਦਿਨਾਂ ਤੋਂ ਉਧਰੋਂ ਰਾਜੇ ਮਹਾਰਾਜੇ ਦੇ ਪਰਿਵਾਰ ਦੇ ਵਿੱਚੋਂ ਕਿਸੇ ਦੀ ਨਿਗਾਹ ਨਹੀਂ ਪਈ ਇਸ ਨੌਜਵਾਨ ਦੇ ਵੱਲ। ਕਸੂਰ ਇਹਦਾ ਕੋਈ ਨਹੀਂ, ਪਰ ਇਹਨੂੰ ਨੌਕਰੀ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਨਾ ਤਾਂ ਇਹ ਕਿਸੇ ਵਿਧਾਇਕ ਦਾ ਪੋਤਾ ਤੇ ਨਾ ਕਿਸੇ ਵਿਧਾਇਕ ਦਾ ਪੁੱਤ ਆ। ਜੇਕਰ ਇਹ ਕਿਸੇ ਵਿਧਾਇਕ ਦਾ ਪੁੱਤ ਪੋਤਾ ਹੁੰਦਾ ਤਾਂ ਹੁਣ ਨੂੰ ਇਹਨੂੰ ਵੀ ਸ਼ਾਇਦ ਇੰਸਪੈਕਟਰ ਦੀ ਨੌਕਰੀ ਮਿਲ ਜਾਂਦੀ, ਸ਼ਾਇਦ ਹੁਣ ਨੂੰ ਇਹ ਵੀ ਡੀਐਸਪੀ ਲੱਗਾ ਹੁੰਦਾ, ਸ਼ਾਇਦ ਹੁਣ ਨੂੰ ਸੁਰਿੰਦਰਪਾਲ ਨਾਇਬ ਤਹਿਸੀਲਦਾਰ ਕਿਤੇ ਲੱਗਾ ਹੁੰਦਾ। ਪਰ ਨਹੀਂ, ਇਹ ਸਧਾਰਨ ਆ, ਇਹ ਦਲਿਤ ਪਰਿਵਾਰ ਦੇ ਵਿੱਚੋਂ ਆ। ਇਹ ਉਹ ਲੋਕ ਆ ਜਿਹੜੇ ਸਿਰਫ ਵੋਟ ਪਾ ਸਕਦੇ ਆ। ਇਹਨਾਂ ਦਾ ਸਰਕਾਰ ਦੇ ਲਈ ਹੋਣਾ ਨਾ ਹੋਣਾ ਸ਼ਾਇਦ ਕੋਈ ਬਹੁਤਾ ਵੱਡਾ ਮਾਇਨਾ ਰੱਖਣ ਵਾਲੀ ਗੱਲ ਨਹੀਂ। ਪਰ ਸੁਰਿੰਦਰਪਾਲ ਦੀ ਚਮੜੀ ਇਸ ਵਕਤ ਗਲਣੀ ਸ਼ੁਰੂ ਹੋ ਚੁੱਕੀ ਹੈ। ਈਟੀਟੀ ਤੇ ਟਿਟ ਪਾਸ ਕਰਨ ਦੇ ਬਾਵਜੂਦ ਉਹ ਚਾਹੁੰਦਾ ਕਿ ਮੈਨੂੰ ਤੇ ਮੇਰੇ ਵਰਗਿਆਂ ਨੂੰ ਨੌਕਰੀ ਮਿਲੇ ਜਿਨ੍ਹਾਂ ਨੇ ਕਰਜ਼ਾ ਚੁੱਕ ਕੇ ਪੜ੍ਹਾਈ ਕੀਤੀ ਹੈ। ਪਰ ਨਹੀਂ, ਇਹਨਾਂ ਦੇ ਉੱਤੇ ਤਰਸ ਨਹੀਂ ਆਉਂਦਾ, ਤਰਸ ਦੇ ਆਧਾਰ ਦੇ ਉੱਤੇ ਨੌਕਰੀ ਨਹੀਂ ਮਿਲਦੀ। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਜਿਹੜੇ 2 ਵਿਧਾਇਕਾਂ ਦੇ ਪੋਤਿਆਂ ਨੂੰ ਨੌਕਰੀਆਂ ਦੇਣ ਦੀ ਗੱਲ ਛਿੜੀ ਆ, ਉਹਨਾਂ ਨੇ ਤਾਂ ਆਪਦੇ ਦਾਦੇ ਵੇਖੇ ਹੀ ਨਹੀਂ, ਜਿਨ੍ਹਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਜਾ ਰਹੀ ਹੈ। ਪਰ ਜਦੋਂ ਉਹ ਮਾਰੇ ਗਏ ਸੀ, ਜਾਂ ਕਹਿ ਦਈਏ ਜਦੋਂ ਉਹ ਜਹਾਨੂੰ ਗਏ, ਉਸ ਵਕਤ ਨਾਲ ਉਹਨਾਂ ਦੇ ਕਈ ਹੋਰ ਲੋਕ ਵੀ ਗਏ ਸੀ, ਪਰ ਉਹਨਾਂ ਦੇ ਟੱਬਰਾਂ ਨੂੰ ਫਿਰ ਨਹੀਂ ਨੌਕਰੀ ਮਿਲ ਰਹੀ। ਇਹ ਕਿਉਂਕਿ ਵਿਧਾਇਕ ਹੈ, ਸ਼ਾਇਦ ਇਸੇ ਕਰਕੇ ਮਿਲ ਰਹੀ ਹੈ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਵੰਡੀ ਗਈ ਹੈ ਇਸ ਮਾਮਲੇ ਦੇ ਉੱਤੇ, ਤੇ ਇੱਕ ਧੜਾ ਇਹ ਗੱਲ ਕਹਿ ਰਿਹਾ ਕਿ ਸਾਡੀ ਸਰਕਾਰ ਮੁੜ ਘੜ ਕੇ ਆਪਣਿਆਂ ਨੂੰ ਹੀ ਸ਼ੀਰ ਨਹੀਂ ਵੰਡਦੀ ਹੈ ਤੇ ਇਹਨਾਂ ਨੂੰ ਇਉਂ ਨਹੀਂ ਕਰਨਾ ਚਾਹੀਦਾ। ਪਰ ਦੂਜਾ ਧੜਾ ਇਹ ਗੱਲ ਕਹਿੰਦਾ ਵੀ ਕੈਪਟਨ ਸਾਹਿਬ ਜੋ ਕਰਦੇ ਆ ਇਹ ਇਉਂ ਹੀ ਕਰਦੇ ਹੁੰਦੇ ਆ। ਮੈਨੂੰ ਕਦੇ ਕਦੇ ਇਉਂ ਲੱਗਦਾ ਵੀ ਮਹਾਰਾਜਾ ਸਾਹਿਬ ਦੇ ਵਿੱਚ ਇਸ ਵਕਤ ਨਰਿੰਦਰ ਸਿੰਘ ਤੋਮਰ ਦੀ ਰੂਹ ਆ ਗਈ ਆ। ਚੌਥੇ ਕੁ ਦਿਨ ਉਹ ਇਹ ਗੱਲ ਕਹਿੰਦੇ ਹੁੰਦੇ ਆ, ਇਹ ਕਾਨੂੰਨ ਰੱਦ ਨਹੀਂ ਹੋਣਗੇ, ਤੇ ਇੱਧਰੋਂ ਕੈਪਟਨ ਸਾਹਿਬ ਕਹਿੰਦੇ ਆ ਇਹ ਨਿਯੁਕਤੀਆਂ ਰੱਦ ਨਹੀਂ ਹੋਣਗੀਆਂ। ਮਤਲਬ ਇਹ ਆ ਵੀ ਪਾਰਟੀਆਂ ਦਾ ਫਰਕ ਹੈ, ਪਰ ਜ਼ਿੱਦ ਇੱਕੋ ਜਿਹੀ ਹੈ। ਚਾਹੀਦਾ ਇਹ ਹੈ ਵੀ ਇਹਨਾਂ ਨੂੰ ਵੀ ਨੌਕਰੀ ਮਿਲੇ, ਵਿਧਾਇਕਾਂ ਦੇ ਧੀਆਂ ਪੁੱਤਾਂ ਨੂੰ ਵੀ ਮੈਰਿਟ ਦੇ ਆਧਾਰ 'ਤੇ ਮਿਲੇ, ਤੇ ਜਿਹੜੇ ਲੋਕ ਇਸ ਵਕਤ ਡਿਗਰੀਆਂ ਬੋਝੇ ਦੇ ਵਿੱਚ ਪਾ ਕੇ ਤੁਰੇ ਫਿਰਦੇ ਆ ਉਹਨਾਂ ਨੂੰ ਵੀ ਨੌਕਰੀ ਮਿਲੇ। ਪਰ ਉਹਨਾਂ ਵਿਚਾਰਿਆਂ ਨੂੰ ਮਿਲਦੀ ਨਹੀਂ ਗੀ। ਉਹ ਜਦੋਂ ਉਹ ਨੌਕਰੀ ਮੰਗਦੇ ਆ ਉਦੋਂ ਕੁੜੀਆਂ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਜਾਂਦਾ, ਉਦੋਂ ਡਾਂਗਾਂ ਪੈਂਦੀਆਂ ਪਿੱਠ ਦੇ ਉੱਤੇ, ਉਦੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ, ਉਦੋਂ ਉਹਨਾਂ ਦੇ ਉੱਤੇ ਪਾਣੀ ਦੀਆਂ ਵਾਛੜਾਂ ਵੱਜਦੀਆਂ। ਉਹ ਜਾਣ ਤਾਂ ਜਾਣ ਕਿੱਥੇ, ਕਸੂਰ ਉਹਨਾਂ ਦਾ ਕੀ ਹੈ? ਕਸੂਰ ਫਿਰ ਸਿਰਫ ਇੱਕੋ ਹੀ ਹੈ ਵੀ ਉਹ ਕਿਸੇ ਵਿਧਾਇਕ ਦੇ ਨਾਲ, ਉਹ ਕਿਸੇ MP ਦੇ ਨਾਲ ਕੋਈ ਸੰਬੰਧ ਨਹੀਂ ਗਾ। ਉਹ ਜੇਕਰ ਕਿਸੇ ਕਹਿੰਦੇ ਕਹਾਉਂਦੇ ਕਰੋੜਪਤੀ ਪਰਿਵਾਰ ਦੇ ਧੀਆਂ ਪੁੱਤ ਹੁੰਦੇ, ਨੌਕਰੀ ਉਹਨਾਂ ਨੂੰ ਵੀ ਮਿਲ ਜਾਂਦੀ। ਜੇਕਰ ਉਹਨਾਂ ਦਾ ਬਾਪੂ ਰਾਕੇਸ਼ ਪਾਂਡੇ ਹੁੰਦਾ, ਜੇਕਰ ਉਹਨਾਂ ਦਾ ਬਾਪੂ ਫਤਿਹਜੰਗ ਸਿੰਘ ਬਾਜਵਾ ਹੁੰਦਾ। ਸੋ ਹੈਰਾਨੀ ਹੁੰਦੀ ਹੈ ਤੇ ਦੁੱਖ ਹੋਣਾ ਕੁਦਰਤੀ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਖੋਲ੍ਹੇ ਗਏ ਮੋਰਚੇ ਦੇ ਨਾਲ। ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਤਿੱਖੇ ਤਵੇ ਲਾਏ ਆ, ਤਿੱਖੇ ਵਾਰ ਕੀਤੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ 2 ਮਹੀਨੇ ਵੀ ਇਸ ਬੰਦੇ ਨੇ ਝਾੜੂ ਚੱਕਣਾ ਹੀ ਚੱਕਣਾ, ਤੇ ਇਹਨੇ ਹੁਣ ਚੱਕ ਵੀ ਲਿਆ।
ਮਜੀਠੀਆ ਨੇ ਇਹ ਗੱਲ ਕਹੀ ਹੈ ਵੀ ਕੁੰਵਰ ਵਿਜੇ ਪ੍ਰਤਾਪ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਬਣਾਈ। ਇਹਦੇ ਵੱਲੋਂ ਆਮ ਆਦਮੀ ਪਾਰਟੀ ਦੇ ਨਾਲ ਗਿੱਟ-ਮਿੱਟ ਪਹਿਲਾਂ ਹੀ ਕੀਤੀ ਗਈ ਸੀ। ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲ ਮਿਲਾ ਕੇ ਚੱਲਦੇ ਆ। ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦੇ ਉੱਤੇ ਮਾਣਯੋਗ ਹਾਈ ਕੋਰਟ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਗਏ ਕਿ ਇਹ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਤਿਆਰ ਕੀਤਾ ਗਿਆ, ਪਰ ਉਦੋਂ ਕੋਈ ਮੰਨਿਆ ਨਹੀਂ। ਹੁਣ ਜਦੋਂ ਇਹ ਬੰਦਾ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਤਾਂ ਭਰੋਸਾ ਕਿਵੇਂ ਕਰਗੇ ਵੀ ਇਹ IPS ਅਧਿਕਾਰੀ ਹੁੰਦਿਆਂ ਕੀ ਕੁਝ ਕੀਤਾ ਤੇ ਸਾਡੇ ਖਿਲਾਫ ਕਿਵੇਂ ਇਹਨਾਂ ਨੇ ਮੋਰਚਾ ਖੋਲ੍ਹਿਆ। ਮਜੀਠੀਆ ਨੇ ਬਹੁਤ ਸਾਰੀਆਂ ਗੱਲਾਂ ਹੋਰ ਵੀ ਕਹੀਆਂ। ਕੀ ਆਉਣ ਵਾਲਾ ਸਮਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਲਈ ਚੰਗਾ ਹੋਊਗਾ? ਕੀ ਰਾਜਨੀਤੀ ਦੇ ਵਿੱਚ ਉਹਨਾਂ ਦੀ ਦਾਲ ਗਲ ਸਕੂਗੀ? ਕੀ ਆਮ ਆਦਮੀ ਪਾਰਟੀ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਏ ਆ? ਇਹ ਆਉਣ ਵਾਲਾ ਵਕਤ ਆਪੇ ਬਿਆਨ ਕਰੂਗਾ। ਲੋਕਾਂ ਦੇ ਮਨ ਦੇ ਵਿੱਚ 100 ਕਿਸਮ ਦੇ ਸਵਾਲ ਹੈ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਇਤਿਹਾਸ ਦੇ ਵਿੱਚ ਕਾਲਾ ਦਿਨ ਹੈ। ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਵਰਦਿਆਂ ਮਜੀਠੀਆ ਨੇ ਕਿਹਾ ਕਿ ਇੱਕ ਅਧਿਕਾਰੀ ਦੀ ਜ਼ਿੰਮੇਵਾਰੀ ਇਨਸਾਫ ਦੇਣ ਦੀ ਹੋਵੇ, ਪਰ ਇੱਕ ਪਾਸੜ ਕਾਰਵਾਈ ਕਰਕੇ UPSC ਦੇ ਉੱਤੇ ਕਾਲਾ ਧੱਬਾ ਲਾਇਆ। ਮਜੀਠੀਆ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਤੇ ਕੇਜਰੀਵਾਲ ਨੇ IG ਨੂੰ ਅਕਾਲੀ ਦਲ ਖਿਲਾਫ ਜਾਂਚ ਲਈ ਪਲਾਂਟ ਕੀਤਾ ਸੀ। ਮਜੀਠੀਆ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਦਾ ਸਬੂਤ ਹੋਰ ਕੋਈ ਨਹੀਂ ਮਿਲ ਸਕਦਾ। ਪਹਿਲਾਂ ਆਪ ਤੇ ਕਾਂਗਰਸ ਨੇ ਸਰਕਾਰ ਬਣਾਈ, ਪੰਜਾਬ ਦੇ ਵਿੱਚ ਨਵੀਂ ਖੇਡ ਖੇਡੀ ਗਈ, ਆਪ ਦੇ ਵਿਧਾਇਕ ਕਾਂਗਰਸ ਦੇ ਵਿੱਚ ਗਏ ਪਰ ਅਸਤੀਫੇ ਪ੍ਰਵਾਨ ਨਹੀਂ ਹੋਏ। ਮਜੀਠੀਆ ਨੇ ਸਵਾਲ ਕੀਤਾ ਕਿ ਜਾਂਚ ਨੂੰ ਕੌਣ ਚਲਾ ਰਿਹਾ, ਜਨਪਥ, ਜਾਖੜ, ਕੇਜਰੀਵਾਲ ਜਾਂ ਸਿੱਧੂ? ਜਾਂਚ ਤੇ ਸਿਰਫ ਪੋਲਿਟਿਕਸ ਹੋ ਰਹੀ ਸੀ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਆਪਣੇ ਫੈਸਲੇ ਤੇ ਬਕਾਇਦਾ ਲਿਖਿਆ ਕਿ ਕੁੰਵਰ ਵਿਜੇ ਪ੍ਰਤਾਪ ਦੀ ਮਨਸ਼ਾ ਸਿਰਫ ਤੇ ਸਿਰਫ ਸਿਆਸਤ ਕਰਨਾ ਸੀ। ਸਾਰੇ ਬੈਨੀਫਿਟ ਲੈ ਲਏ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਵੱਡੀ ਖੇਡ ਖੇਡੀ। ਮਜੀਠੀਆ ਨੇ ਕਿਹਾ ਜੱਜ ਨੇ ਜਿਹੜੇ ਇਲਜ਼ਾਮ ਲਾਏ ਸਨ ਉਹ ਸਪਸ਼ਟ ਹੋ ਗਏ। ਸਾਫ਼ ਹੋ ਗਿਆ ਕਿ ਜੋ ਲੋਕ ਕਹਿੰਦੇ ਸੀ ਹਾਈ ਕੋਰਟ ਤੇ ਜੋ ਵਿਰੋਧੀ ਧਿਰਾਂ ਕਹਿ ਰਹੀਆਂ ਸਨ ਇਸ ਮੁੱਦੇ ਦੇ ਉੱਤੇ ਪੋਲਿਟਿਕਸ ਹੋ ਰਹੀ ਆ, ਉਹ ਗੱਲ ਸੱਚੀ ਸੀ। ਬਾਕੀ SIT ਮੈਂਬਰ ਪੋਲਿਟਿਕਸ ਦੇ ਵਿੱਚ ਕਿਉਂ ਨਹੀਂ ਗਏ? 24 ਅਪ੍ਰੈਲ ਨੂੰ ਹਾਈ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ SIT ਦੇ IG ਨੇ ਜਾਂਚ ਦੌਰਾਨ ਮੀਡੀਆ ਨੂੰ ਇੰਟਰਵਿਊ ਦਿੱਤੇ ਤਾਂ ਕਿ ਰਿਟਾਇਰਡ ਹੋ ਕੇ ਉਹ ਆਪਣੀ ਸਿਆਸੀ ਮਨਸ਼ਾ ਪੂਰੀ ਕਰ ਸਕਣ। ਮਜੀਠੀਆ ਨੇ ਮੰਗ ਕੀਤੀ ਕਿ ਦੁਰਵਰਤੋਂ ਕਰਨ ਦੇ ਉੱਤੇ ਇਸ ਅਧਿਕਾਰੀ ਦੇ ਖਿਲਾਫ ਲੋਕਾਂ ਨੂੰ ਗੁੰਮਰਾਹ ਕਰਨ ਲਈ, ਧੋਖਾ ਕਰਨ ਦੇ ਲਈ ਪਰਚਾ ਦਰਜ ਹੋਵੇ ਤੇ ਇਹਨਾਂ ਦਾ ਨਾਰਕੋ ਟੈਸਟ ਵੀ ਹੋਣਾ ਚਾਹੀਦਾ। ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੁੰਵਰ ਵਿਜੇ ਪ੍ਰਤਾਪ ਹੋਰੀ ਸਿਆਸੀ ਪਾਰੀ ਸ਼ੁਰੂ ਕਰਨਗੇ, ਪਰ ਇਹ ਨਹੀਂ ਸੀ ਪਤਾ ਕਿ ਉਹ ਝਾੜੂ ਚੱਕ ਕੇ ਸ਼ੁਰੂ ਕਰਨਗੇ। ਵਿੱਚ ਵਿਚਾਲੇ ਜੀ ਇਉਂ ਲੱਗਣ ਲੱਗ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ ਦੇ ਵਿੱਚੋਂ ਇੱਕ ਹੈ, ਸ਼ਾਇਦ ਉਹ ਕਾਂਗਰਸ ਨੂੰ ਹੀ ਜੁਆਇਨ ਕਰ ਲੈਣਗੇ, ਪਰ ਐਨ ਮੌਕੇ ਦੇ ਉੱਤੇ ਪਤਾ ਲੱਗਾ ਕਿ ਉਹ ਤਾਂ ਝਾੜੂ ਦੇ ਵੱਲ ਜਾਣਗੇ। ਤੇ ਇਸ ਗੱਲ ਦਾ ਪਤਾ ਕਈ ਘੰਟੇ ਪਹਿਲਾਂ ਲੱਗ ਗਿਆ ਸੀ ਕਿਉਂਕਿ ਟਵਿੱਟਰ ਦੇ ਉੱਤੇ ਇਹ ਗੱਲ ਲਿਖੀ ਸੀ ਕੇਜਰੀਵਾਲ ਨੇ ਕਿ ਮੈਂ ਆਉਂਦੇ ਕੁਝ ਘੰਟਿਆਂ ਦੇ ਵਿੱਚ ਜਾਂ ਅਗਲੇ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਆ ਰਿਹਾ, ਅੰਮ੍ਰਿਤਸਰ ਆ ਰਿਹਾ। ਤੇ ਉਸ ਵਕਤ ਲੱਗਾ ਸੀ, ਪ੍ਰਤੀਤ ਹੋਇਆ ਸੀ ਕਿ ਕੁੰਵਰ ਵਿਜੇ ਪ੍ਰਤਾਪ, ਮਨਦੀਪ ਸਿੰਘ ਮੰਨਾ, ਲక్ష్ਮੀ ਕਾਂਤਾ ਚਾਵਲਾ ਤੇ ਅਨਿਲ ਜੋਸ਼ੀ ਇਹ ਕਨਸੂਆਂ ਮਿਲੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਆ ਸਕਦੇ ਆ, ਪਰ ਇੱਥੇ ਸਿਰਫ ਕੁੰਵਰ ਵਿਜੇ ਪ੍ਰਤਾਪ ਹੀ ਆਏ ਆ, ਬਾਕੀ 3 ਸ਼ਖਸੀਅਤਾਂ ਹਾਲੇ ਨਹੀਂ ਆਈਆਂ। ਸੋ ਉਹਨਾਂ ਦਾ ਕੀ ਸਿਆਸੀ ਭਵਿੱਖ ਹੋਊਗਾ ਇਹਦੇ ਬਾਬਤ ਹਾਲੇ ਕੁਝ ਆਪਾਂ ਕਹਿ ਨਹੀਂ ਸਕਦੇ। ਪਰ ਉਸ ਤੋਂ ਅਗਲੀ ਗੱਲ ਇਹ ਹੈ ਕਿ ਜੋ ਅਕਾਲੀ ਦਲ ਦੇ ਵੱਲੋਂ ਇਲਜ਼ਾਮ ਲਾਏ ਗਏ ਆ ਉਸ ਤੋਂ ਬਾਅਦ ਕੇਜਰੀਵਾਲ ਦੀ ਗੱਲ ਵੀ ਕਰਨੀ ਬਣਦੀ ਹੈ। ਕੇਜਰੀਵਾਲ ਨੇ ਇਹ ਗੱਲ ਕਹੀ ਹੈ ਕਿ ਇਸ ਵਕਤ ਅਕਾਲੀ ਦਲ ਬੇਅਦਬੀ ਦੇ ਮਾਮਲੇ 'ਚ ਘਿਰਿਆ ਹੋਇਆ ਤੇ ਸੱਤਾਧਾਰੀ ਧਿਰ ਦੇ ਬਾਰੇ ਉਹਨਾਂ ਨੇ ਤਿੱਖੇ ਸਵਾਲ ਤੇ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਜਦੋਂ ਦੋ ਧਿਰਾਂ ਲੜਦੀਆਂ ਹੁਣ ਆਪਾਂ ਇਹ ਗੱਲ ਕਹਿੰਦੇ ਕੁੱਕੜਾਂ ਵਾਂਗੂ ਲੜਦੇ ਆ, ਪਰ ਕੇਜਰੀਵਾਲ ਨੇ ਕੱਲ੍ਹ ਇਹ ਗੱਲ ਕਹੀ ਹੈ ਕਿ ਮਹਾਮਾਰੀ ਦੇ ਵਿੱਚ ਜਦੋਂ ਪੰਜਾਬ ਦੇ ਲੋਕ ਮਰ ਰਹੇ ਸੀ ਤਾਂ ਪੰਜਾਬ ਦੇ ਕਈ ਨੇਤਾ ਕੁਰਸੀਆਂ ਦੀ ਖਾਤਰ ਕੁੱਤਿਆਂ ਬਿੱਲਿਆਂ ਵਾਂਗੂ ਲੜ ਰਹੇ ਸੀ। ਉਹਨਾਂ ਨੇ ਇਹ ਤਿੱਖੇ ਸ਼ਬਦ ਵਰਤੇ ਪੰਜਾਬ ਦੇ ਵਿੱਚ ਆ ਕੇ। ਪਰ ਅਗਲੀ ਗੱਲ ਇਹ ਹੈ ਵੀ ਕੇਜਰੀਵਾਲ ਨੇ ਕੁੰਵਰ ਵਿਜੇ ਪ੍ਰਤਾਪ ਦੇ ਰਾਹੀਂ ਸ਼ਾਇਦ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਆਮ ਆਦਮੀ ਪਾਰਟੀ ਪਹਿਲਾਂ ਵੀ ਮਾਲਵੇ ਦੇ ਵਿੱਚ ਹੀ ਸਭ ਤੋਂ ਵੱਧ ਮਜ਼ਬੂਤ ਸੀ ਤੇ ਅੱਜ ਵੀ ਜਿੰਨੀ ਕੁ ਮਜ਼ਬੂਤ ਆ ਉਹ ਮਾਲਵੇ ਦੇ ਵਿੱਚ ਹੀ ਆ। ਪਹਿਲਾਂ ਵੀ ਆਮ ਆਦਮੀ ਪਾਰਟੀ ਮਾਝੇ ਦੇ ਵਿੱਚ ਘੱਟ ਮਜ਼ਬੂਤ ਸੀ, ਅੱਜ ਵੀ ਮਾਲਵੇ ਦੇ ਮੁਕਾਬਲਤਨ ਘੱਟ ਮਜ਼ਬੂਤ ਆ। ਦੁਆਬੇ ਦੇ ਵਿੱਚ ਵੀ ਇਹੀ ਹਾਲ ਆ। ਸੋ ਇਸ ਕਰਕੇ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਹੈ ਵੀ ਕੁੰਵਰ ਵਿਜੇ ਪ੍ਰਤਾਪ ਨੂੰ ਉਹਨਾਂ ਨੇ ਮਾਝੇ ਦੇ ਵਿੱਚ ਖੜਾ ਕਰਕੇ, ਕਿਉਂਕਿ ਇੱਥੋਂ ਚੋਣ ਵੀ ਲੜਨਗੇ, ਇਹ ਵੀ ਗੱਲ 100% ਦੀ ਸਾਫ਼ ਆ, ਤੇ ਉਹਨਾਂ ਦੇ ਵੱਲੋਂ ਕੁੰਵਰ ਵਿਜੇ ਪ੍ਰਤਾਪ ਨੂੰ ਤਾਂ ਮਾਝੇ ਦੀ ਜ਼ਿੰਮੇਵਾਰੀ ਸੌਂਪੀ ਜਾਊਗੀ, ਵੱਡਾ ਚਿਹਰਾ। ਦੂਜੀ ਗੱਲ ਇਹ ਆ ਕਿ ਉਹ ਅਕਾਲੀ ਦਲ ਦੇ ਵੱਖ-ਵੱਖ ਨੁਮਾਇੰਦਿਆਂ, ਵੱਖ-ਵੱਖ ਮੰਤਰੀਆਂ ਦੇ ਖਿਲਾਫ ਪੜਤਾਲ ਕਰਦੇ ਰਹੇ ਆ। ਉਹਨਾਂ ਨੂੰ ਉਸ ਗੱਲ ਦਾ ਵੀ ਭੇਤ ਆ ਬੇਅਦਬੀ ਦੇ ਮਾਮਲੇ ਦੇ ਵਿੱਚ, ਤੇ ਵਰਤਮਾਨ ਸਰਕਾਰ ਦੇ ਵਿੱਚ ਵੀ ਉਹਨਾਂ ਨੂੰ ਕਈ ਕੁਛ ਹੰਡਾਉਣਾ ਪਿਆ ਆਪਣੇ ਪਿੰਡੇ ਦੇ ਉੱਤੇ, ਤੇ ਇਸ ਗੱਲ ਦੇ ਵੀ ਭੇਤ ਉਹ ਆਉਂਦੇ ਸਮੇਂ 'ਚ ਖੋਲ੍ਹ ਸਕਦੇ ਆ।
ਸੋ ਬੇਅਦਬੀ ਦਾ ਮਾਮਲਾ ਪੰਜਾਬ ਦੇ ਸਭ ਤੋਂ ਵੱਡੇ ਮੁੱਦਿਆਂ ਦੇ ਵਿੱਚ ਇੱਕ ਹੈ। ਸ਼ਾਇਦ ਕੇਜਰੀਵਾਲ ਹੋਰੀ ਇਹ ਸਮਝਦੇ ਆ ਕਿ ਦੋਨਾਂ ਪਾਰਟੀਆਂ ਦੇ ਪੋਤੜੇ ਕੁੰਵਰ ਵਿਜੇ ਪ੍ਰਤਾਪ ਹੀ ਫਰੋਲ ਸਕਦੇ ਆ ਤੇ ਇਹਦਾ ਸਾਨੂੰ ਸਿਆਸੀ ਤੌਰ ਦੇ ਉੱਤੇ ਲਾਭ ਹੋ ਸਕਦਾ ਹੈ। ਸੋ ਇਉਂ ਲੱਗਦਾ ਕਿ ਕੇਜਰੀਵਾਲ ਹੋਰੀ ਆਪਣੀ ਇਸ ਮਕਸਦ ਦੇ ਵਿੱਚ ਹਾਲ ਦੀ ਘੜੀ ਤਾਂ ਸਾਫ਼ ਹੋਏ ਆ, ਸਫਲ ਹੋਏ ਆ। ਬਾਕੀ ਆਉਂਦੇ ਸਮੇਂ ਦੇ ਵਿੱਚ ਕੀ ਹੋਊਗਾ ਕੁਝ ਕਹਿ ਨਹੀਂ ਸਕਦੇ, ਪਰ ਕੱਲ ਉਹਨਾਂ ਨੇ ਇਹ ਗੱਲ ਕਲੀਅਰ ਕਰਤੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 2022 ਦੇ ਅੰਦਰ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਕੇ ਹੀ ਚੋਣਾਂ ਲੜੂਗੀ ਤੇ ਉਹ ਚਿਹਰਾ ਸਿੱਖ ਹੋਊਗਾ। ਹੁਣ ਉਹ ਚਿਹਰਾ ਸਿੱਖ ਕੌਣ ਹੋਊਗਾ? ਕੀ ਉਹ ਭਗਵੰਤ ਮਾਨ ਹੋਊਗਾ? ਕੀ ਉਹ ਜਰਨੈਲ ਸਿੰਘ ਹੋਊਗਾ? ਜਾਂ ਪੰਜਾਬ ਦੇ ਵਿੱਚ ਕੋਈ ਹੋਰ ਚਿਹਰਾ ਆਊਗਾ? ਕਈ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਆਉਣਗੇ ਆਮ ਆਦਮੀ ਪਾਰਟੀ ਦੇ ਵਿੱਚ, ਪਰ ਜੇਕਰ ਉਹ ਆਉਂਦੇ ਆ ਤਾਂ ਕੀ ਆਮ ਆਦਮੀ ਪਾਰਟੀ ਦੇ ਉਹ ਲੋਕ ਜਿਹੜੇ ਕਿ ਪਹਿਲੇ ਦਿਨ ਤੋਂ ਜੁੜੇ ਹੋਏ ਆ ਉਹ ਬਰਦਾਸ਼ਤ ਕਰਨਗੇ ਸਿੱਧੂ ਨੂੰ? ਇਹ ਵੀ ਸਵਾਲ ਹੈ। ਹੈਰਾਨੀ ਇਸ ਗੱਲ ਦੀ ਹੁੰਦੀ ਆ ਕਿ 7 ਮਹੀਨੇ ਪੂਰੇ ਹੋਣ ਵਾਲੇ ਆ, ਲਗਭਗ ਹੋ ਹੀ ਚੁੱਕੇ ਆ, ਵਿੱਚ ਰਹਿ ਵੀ ਕਿੰਨਾ ਕੁ ਸਮਾਂ ਗਿਆ। 26 ਜੂਨ ਨੂੰ ਕਿਸਾਨਾਂ ਦੇ ਵੱਲੋਂ ਜੋ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਆ ਇਹਨਾਂ ਨੂੰ 7 ਮਹੀਨੇ ਪੂਰੇ ਹੋ ਜਾਣੇ ਆ। ਬਹੁਤ ਕੁਝ ਇਹਨਾਂ ਵਿਚਾਰੇ ਕਿਸਾਨਾਂ ਨੇ ਆਪਦੇ ਪਿੰਡੇ ਦੇ ਉੱਤੇ ਹੰਡਾਇਆ। ਵਿਚਾਰੇ ਸ਼ਬਦ ਮੈਂ ਤਾਂ ਕਰਕੇ ਵਰਤ ਰਿਹਾ ਕਿਉਂਕਿ ਇਹਨਾਂ ਨੇ ਝੱਖੜ ਝੁੱਲੇ ਤਿੱਖੜ ਦੁਪਹਿਰਾਂ, ਪੋਹ ਮਾਘ ਦੀਆਂ ਰਾਤਾਂ ਤੇ ਹੋਰ ਬੜੇ ਕੁਝ ਦਾ ਆਪਦੇ ਪਿੰਡੇ ਦੇ ਉੱਤੇ ਸੰਤਾਪ ਹੰਡਾਇਆ, ਪਰ ਜ਼ਾਲਮ ਸਰਕਾਰ ਨੂੰ ਇਹਨਾਂ ਦੇ ਬਾਬਤ ਇੱਕ ਵਾਰ ਵੀ ਚੇਤਾ ਨਹੀਂ ਆਇਆ। 22 ਜਨਵਰੀ ਤੋਂ ਬਾਅਦ ਸਰਕਾਰ ਕੁੰਭਕਰਨ ਨੂੰ ਵੀ ਪਿੱਛੇ ਛੱਡ ਗਈ, ਉਹ ਸੁੱਤੀ ਪਈ ਆ ਹਾਲੇ ਤੱਕ। ਪਰ ਕੱਲ ਰਕੇਸ਼ ਟਕੈਤ ਹੋਰਾਂ ਨੇ 2 ਟੁੱਕ ਗੱਲ ਕਹੀ ਆ। ਉਹ ਕਹਿੰਦੇ ਵੀ ਟਰੈਕਟਰਾਂ ਦੇ ਵਿੱਚ ਤੇਲ ਪਾਣੀ ਫੁੱਲ ਕਰ ਲਓ, ਪਤਾ ਕੋਈ ਨਹੀਂ ਕਿਹੜੇ ਵੇਲੇ ਟਰੈਕਟਰਾਂ ਨੂੰ ਫੇਰ ਬਾਹਰ ਕੱਢ ਕੇ ਤੇ ਦਿੱਲੀ ਦੇ ਵੱਲ ਚੜ੍ਹਨਾ ਪੈ ਜੇ। ਸੋ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਇਹ ਗੱਲ ਕਈ ਵਾਰ ਕਹੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਇਹ ਗੱਲ ਕਹੀ ਜਾਊਗੀ ਭਾਈ ਦਿੱਲੀ ਵੱਲ ਕੂਚ ਕਰੀਏ, ਜਾਂ ਇਹ ਸਿਰਫ ਤੇ ਸਿਰਫ ਇੱਕ ਵਾਰ ਹੁਲਾਰਾ ਦੇਣ ਵਾਲੀ ਨੀਤੀ ਹੈ। ਇਹਦੇ ਬਾਬਤ ਤਾਂ ਕੁਝ ਕਹਿ ਨਹੀਂ ਸਕਦੇ, ਪਰ ਮੇਰੀ ਕੁਝ ਪੱਤਰਕਾਰਾਂ ਦੇ ਨਾਲ, ਕੁਝ ਕਿਸਾਨਾਂ ਵੀਰਾਂ ਦੇ ਨਾਲ ਗੱਲਬਾਤ ਹੋਈ ਹੈ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਆ। ਉਹ ਡਟੇ ਬੈਠੇ ਆ, ਭਾਵੇਂ ਲੱਖਾਂ ਦੀ ਥਾਂ ਦੇ ਉੱਤੇ ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੈ, ਪਰ ਉਹ ਕਹਿੰਦੇ ਵੀ ਅਸੀਂ ਇੱਥੇ ਬੈਠੇ ਹਾਂ, ਕੋਈ ਪ੍ਰੋਗਰਾਮ ਤਾਂ ਨਵਾਂ ਦਿੱਤਾ ਜਾਵੇ। ਜਿਸ ਦਿਨ ਕੋਈ ਪ੍ਰੋਗਰਾਮ ਨਵਾਂ ਦਿੱਤਾ ਗਿਆ ਤੇ ਉਹ ਸਰਗਰਮੀ ਵਾਲਾ ਪ੍ਰੋਗਰਾਮ ਹੋਇਆ ਤੇ ਇੱਥੇ ਇਕੱਠ ਫੇਰ ਪਹਿਲਾਂ ਵਾਂਗੂ ਠਾਠਾ ਮਾਰੂਗਾ। ਜੋਸ਼ ਬਰਕਰਾਰ ਹੈ, ਪਰ ਕੋਈ ਪ੍ਰੋਗਰਾਮ ਤਾਂ ਹੋਵੇ। ਜਿੰਨੀ ਦੇਰ ਤੱਕ ਪ੍ਰੋਗਰਾਮ ਨਹੀਂ, ਅਸੀਂ ਇੱਥੇ ਬੈਠੇ ਹਾਂ, ਅਸੀਂ ਧੁੱਪੇ ਉੱਠ ਕੇ ਛਾਵੇਂ ਹੋ ਜਾਂਦੇ, ਛਾਵੇਂ ਉੱਠ ਕੇ ਧੁੱਪੇ ਹੋ ਜਾਂਦੇ, ਇਹ ਕੰਮ ਚੱਲ ਰਿਹਾ। ਸੋ ਇਸ ਕਰਕੇ ਜ਼ਰੂਰਤ ਹੈਗੀ ਆ ਨਵੇਂ ਪ੍ਰੋਗਰਾਮ ਦੀ। ਪਰ ਇੱਕ ਹੋਰ ਕਮਾਲ ਦੀ ਗੱਲ ਮਿਲੀ ਆ, ਉਹ ਹੈਗੀ ਆ ਕੈਨੇਡਾ ਦੇ ਵੱਲੋਂ। ਪਤਾ ਲੱਗਾ ਜੀ ਕਿ ਇੱਥੋਂ ਦੇ ਭਾਰਤੀ ਕੌਂਸਲੇਟ ਦੇ ਵੱਲੋਂ ਚਿੱਠੀ ਲਿਖੀ ਗਈ ਆ। ਇਹ ਗੱਲ ਕਹੀ ਗਈ ਹੈ ਵੀ ਜੋ ਕੈਨੇਡਾ ਦੇ ਵਿੱਚ ਖਾਸ ਕਰਕੇ ਟੋਰਾਂਟੋ ਖੇਤਰ ਦੇ ਵਿੱਚ ਵਿਦਿਆਰਥੀਆਂ ਨੂੰ ਪਾਠਕ੍ਰਮ ਦੇ ਵਿੱਚ ਕਿਸਾਨ ਅੰਦੋਲਨ ਦੇ ਬਾਰੇ ਪੜ੍ਹਾਇਆ ਜਾ ਰਿਹਾ, ਇਹਦੇ ਨਾਲ ਬਹੁਤ ਵੱਡੀ ਈਰਖਾ ਪੈਦਾ ਹੁੰਦੀ ਹੈ। ਇਹ ਤਾਂ ਜੀ ਗਲਤ ਪੇਸ਼ਕਾਰੀ ਕੀਤੀ ਜਾ ਰਹੀ ਹੈ, ਇਹ ਤੱਥਾਂ ਦੀ ਸਹੀ ਪੜਤਾਲ ਨਹੀਂ ਗੀ। ਇਹ ਤਾਂ ਜੀ ਗਲਤ ਜਾਣਕਾਰੀਆਂ ਦੇ ਕੇ ਅਸੀਂ ਵਿਦਿਆਰਥੀਆਂ ਦੇ ਮਨ ਦੇ ਵਿੱਚ ਜ਼ਹਿਰ ਭਰਨ ਦਾ ਕੰਮ ਕਰ ਰਹੇ ਹਾਂ। ਇਸ ਅਧਿਆਏ ਨੂੰ, ਇਸ ਸਬਜੈਕਟ ਨੂੰ ਹਟਾ ਦਿੱਤਾ ਜਾਵੇ। ਇਹਦੇ ਕੋਲੋਂ ਕਰਾਉਣਾ ਕੀ ਹੈ? ਮਤਲਬ ਇਹ ਹੈ ਵੀ ਜਿਹੜੇ ਵੀ ਸੱਜਣ ਉੱਥੇ ਆ, ਜਿਹੜੇ ਕੌਂਸਲੇਟ ਆ, ਉਹਨਾਂ ਨੂੰ ਫਿਕਰ ਇਸ ਗੱਲ ਦਾ ਨਹੀਂ ਵੀ ਕਿਸਾਨ ਇਸ ਵਕਤ ਬਾਰਡਰਾਂ ਦੇ ਉੱਤੇ ਬੈਠੇ ਆ, 450 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਆ। ਉਹ ਇਹ ਚਾਹੁੰਦੇ ਆ ਕਿ ਬਸ ਮੋਦੀ ਸਰਕਾਰ ਦਾ ਗੁਣਗਾਨ ਕੀਤਾ ਜਾਵੇ, ਗਲਤ ਨੂੰ ਵੀ ਸਹੀ ਕਿਹਾ ਜਾਵੇ ਤੇ ਉਹਨਾਂ ਨੂੰ ਇਹ ਨਾ ਕਿਹਾ ਜਾਵੇ ਕਿ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ਵਿਦਿਆਰਥੀਆਂ ਨੂੰ ਜੇਕਰ ਮੁਕੰਮਲ ਜਾਣਕਾਰੀ ਕਿਸੇ ਵੀ ਵਿਸ਼ੇ ਦੇ ਉੱਤੇ ਮਿਲਦੀ ਹੈ ਤਾਂ ਮੈਂ ਤਾਂ ਸਮਝਦਾ ਕਿ ਕੋਈ ਮਾੜੀ ਗੱਲ ਨਹੀਂ, ਪਰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇੱਦਾਂ ਨਹੀਂ ਹੋਣਾ ਚਾਹੀਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਟੋਰਾਂਟੋ ਦੇ ਵਿੱਚ ਭਾਰਤੀ ਕੌਂਸਲੇਟ ਨੇ ਓਨਟਾਰੀਓ ਸੂਬੇ ਦੀ ਸਰਕਾਰ ਨੂੰ ਚਿੱਠੀ ਲਿਖ ਕੇ ਸਕੂਲੀ ਸਿਲੇਬਸ ਦੇ ਵਿੱਚੋਂ ਭਾਰਤ ਦੇ ਕਿਸਾਨ ਅੰਦੋਲਨ ਬਾਰੇ ਸਮੱਗਰੀ ਯਾਨੀ ਕਿ ਕੰਟੈਂਟ ਹਟਾਉਣ ਵਾਸਤੇ ਕਿਹਾ। 11 ਮਾਰਚ ਨੂੰ ਚਿੱਠੀ ਲਿਖੀ ਗਈ ਹੈ, ਜਿਹਦੇ ਬਾਰੇ ਹੁਣ ਜਾਣਕਾਰੀ ਮਿਲੀ ਹੈ। ਇਹਦੇ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਕਿ ਕੈਨੇਡੀਅਨ ਸੂਬੇ ਓਨਟਾਰੀਓ ਦੇ ਪੀਲ, ਟੋਰਾਂਟੋ ਤੇ ਯਾਰਕ ਜ਼ਿਲ੍ਹਿਆਂ ਦੇ ਸਕੂਲੀ ਸਿਲੇਬਸ ਦੇ ਵਿੱਚੋਂ ਭਾਰਤੀ ਕਿਸਾਨ ਅੰਦੋਲਨ ਬਾਰੇ ਸਮੱਗਰੀ ਹਟਾ ਦਿੱਤੀ ਜਾਵੇ, ਕਿਉਂਕਿ ਇਹਦੇ ਵਿੱਚ ਝੂਠੀ ਤੇ ਨਫ਼ਰਤ ਫੈਲਾਉਣ ਵਾਲੀ ਜਾਣਕਾਰੀ ਮੌਜੂਦ ਹੈ। 7 ਮਹੀਨੇ ਤੋਂ ਭਾਰਤ ਦੇ ਕਿਸਾਨ ਅੰਦੋਲਨ ਦੇ ਰਾਹ ਦੇ ਉੱਤੇ ਪਏ ਹੋਏ ਨੇ। ਉਹ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਿਆਂ ਤੇ ਬੈਠੇ ਹੋਏ ਨੇ, ਪਰ ਇਸ ਵਕਤ ਕੇਂਦਰ ਦੀ ਸਰਕਾਰ ਦੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਸਰਕੀ। ਜ਼ਿਕਰਯੋਗ ਹੈ ਕਿ ਕੌਂਸਲੇਟ ਜਨਰਲ ਨੇ ਓਨਟਾਰੀਓ ਦੇ ਜਿਹੜੇ 3 ਜ਼ਿਲ੍ਹਿਆਂ ਪੀਲ, ਟੋਰਾਂਟੋ ਤੇ ਯਾਰਕ ਦੀ ਗੱਲ ਕੀਤੀ ਹੈ। ਪ੍ਰਵਾਸੀ ਪੰਜਾਬੀਆਂ ਦੀ ਆਬਾਦੀ ਵੀ ਇਹਨਾਂ ਇਲਾਕਿਆਂ ਦੇ ਵਿੱਚ ਹੀ ਵੱਧ ਹੈ। ਕੌਂਸਲੇਟ ਜਨਰਲ ਨੇ ਦਾਅਵਾ ਕੀਤਾ ਕਿ ਇਹਨਾਂ ਸਕੂਲਾਂ ਦੇ ਸਿਲੇਬਸ ਦੇ ਵਿੱਚ ਕਿਸਾਨ ਅੰਦੋਲਨ ਬਾਰੇ ਜਿਹੜੀ ਗਲਤ ਕਿਸਮ ਦੀ ਸਮੱਗਰੀ ਦਰਜ ਕੀਤੀ ਗਈ ਹੈ ਉਹ ਧਰੂਵੀਕਰਨ ਦੇ ਵੱਲ ਲਿਜਾਂਦੀ ਹੈ ਤੇ ਭਾਰਤ ਖਿਲਾਫ ਨਫ਼ਰਤ ਫੈਲਾਉਂਦੀ ਹੈ। ਉਹਨਾਂ ਨੇ ਇਸ ਨੂੰ ਬਹੁਤ ਗੰਭੀਰ ਮਾਮਲਾ ਦੱਸਦਿਆਂ ਕਿਹਾ ਕਿ ਭਾਰਤ ਤੇ ਕੈਨੇਡਾ ਵਿਚਾਲੇ ਨਿੱਘੇ ਦੋਸਤਾਨਾ ਸੰਬੰਧ ਖਰਾਬ ਕਰਨ ਦੀ ਸਾਜ਼ਿਸ਼ ਹੈ। ਉਹਨਾਂ ਨੇ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰ ਆਪਣੇ ਸੌੜੇ ਹਿੱਤਾਂ ਵਾਲਾ ਏਜੰਡਾ ਅੱਗੇ ਵਧਾਉਣਾ ਚਾਹੁੰਦੇ ਨੇ। ਇਹ ਚਿੱਠੀ 3 ਮਹੀਨੇ ਪਹਿਲਾਂ ਲਿਖੀ ਗਈ ਸੀ, ਪਰ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਹੁਣ ਸ਼ੇਅਰ ਕੀਤਾ ਗਿਆ ਤੇ ਇਸ ਮਾਮਲੇ ਦੇ ਉੱਤੇ ਬਰੈਂਪਟਨ ਹਾਈ ਸਕੂਲ ਦੀ ਅਧਿਆਪਕਾ ਸਿਮੀ ਜਸਵਾਲ ਨੇ
ਆਖਿਆ ਕਿ ਜਿਹੜੀਆਂ ਆਵਾਜ਼ਾਂ ਨੂੰ ਦਬਾਇਆ ਜਾ ਰਿਹਾ ਉਹ ਜ਼ਰੂਰ ਉੱਭਰਨੀਆਂ ਚਾਹੀਦੀਆਂ ਨੇ। ਵਿਸ਼ਵ ਸਿੱਖ ਸੰਗਠਨ ਯਾਨੀ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ ਕੌਂਸਲੇਟ ਜਨਰਲ ਦੀ ਚਿੱਠੀ ਹਾਸੋਹੀਣੀ ਹੈ ਤੇ ਉਹਦੇ ਵਿੱਚ ਲਗਾਏ ਗਏ ਦੋਸ਼ ਬਿਲਕੁਲ ਬੇਬੁਨਿਆਦ ਨੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੀ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਬੜਾ ਹਾਸੋਹੀਣਾ ਜਿਹਾ ਮਾਮਲਾ ਵੀ ਭਾਰਤੀ ਕੌਂਸਲੇਟ ਨੂੰ ਕੈਨੇਡਾ ਦੇ ਵਿੱਚ ਬੈਠਿਆਂ ਨੂੰ ਇਸ ਗੱਲ ਦਾ ਫਿਕਰ ਹੈ ਵੀ ਭਾਰਤ ਦੇ ਵਿਸ਼ੇ ਨੂੰ, ਕਿਸਾਨ ਅੰਦੋਲਨ ਦੇ ਵਿਸ਼ੇ ਨੂੰ ਕੈਨੇਡਾ ਦੇ ਵਿਦਿਆਰਥੀਆਂ ਦੇ ਸਨਮੁਖ ਕਿਹੜੀ ਗੱਲੋਂ ਕੀਤਾ ਗਿਆ। ਅਸੀਂ ਤਾਂ ਇਹ ਸੋਚਦੇ ਹਾਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਵੀ ਬੈਠਾ ਹੋਵੇ ਉਹ ਹੱਕ ਦੀ, ਸੱਚ ਦੀ, ਨਿਰਪੱਖਤਾ ਦੀ ਗੱਲ ਕਰੂਗਾ, ਪਰ ਕਿਉਂਕਿ ਅਸੀਂ ਸਰਕਾਰ ਦੇ ਨਾਲ ਜੁੜੇ ਹੋਏ ਹਾਂ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਵੀ ਜਿਵੇਂ ਭਾਰਤ ਦੇ ਮੀਡੀਏ ਦੇ ਵਿੱਚ, ਗੋਦੀ ਮੀਡੀਏ ਦੇ ਵਿੱਚ ਹਰ ਗੱਲ ਉਵੇਂ ਪੇਸ਼ ਹੁੰਦੀ ਹੈ ਜਿਹੜੀ ਕਿ ਸਰਕਾਰ ਦਾ ਪੱਖ ਹੋਵੇ, ਲੋਕਾਂ ਦੇ ਹਰ ਪੱਖ ਨੂੰ ਪੁੱਠਾ ਕਰਕੇ ਦਿਖਾਇਆ ਜਾਂਦਾ ਹੈ, ਉਸੇ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਲ ਹੋਵੇ ਜਿਵੇਂ ਕਿ ਕੈਨੇਡਾ ਦੇ ਵਿੱਚ ਮੰਗ ਕੀਤੀ ਗਈ ਆ। ਇਹਨੂੰ ਹਟਾ ਦਿੱਤਾ ਜਾਵੇ। ਮੰਨ ਲਓ ਕਿ 1 ਮਿੰਟ ਦੇ ਲਈ ਉੱਥੇ ਜਿਹੜੇ ਵਿਦਿਆਰਥੀਆਂ ਦੇ ਪਾਠਕ੍ਰਮ ਦੇ ਵਿੱਚ ਕਿਸਾਨ ਅੰਦੋਲਨ ਵਿਸ਼ਾ ਬਣਾਇਆ, ਇਹਨੂੰ ਹਟਾ ਦਿੱਤਾ ਗਿਆ ਤਾਂ ਕਿ ਸੱਚਾਈ ਲੁਕ ਜੂਗੀ। ਸੱਚਾਈ ਤਾਂ ਇਹੀ ਹੈ ਵੀ ਕੇਂਦਰ ਦੀ ਸਰਕਾਰ ਦੇ ਕੱਦ ਦੇ ਉੱਤੇ ਜੂੰ ਨਹੀਂ ਸਰਕੀ, ਕੇਂਦਰ ਦੀ ਸਰਕਾਰ ਨੇ ਢੀਠਤਾ ਹੀ ਵਰਤੀ ਹੈ, अत्याचार अन्ना किया केंद्र की सरकार ने। तो उत्तों ये गल कही जाती है कानून तो बहुत अच्छे हैं, ये तो आमदन बढ़ाते हैं। तो जेकर तुहानूं ये लगता भी आमदन बढ़ाते हैं, कानून बहुत अच्छे हैं, तो फिर तुसी आप क्यों नहीं खेतीबाड़ी कर लेंदे? फिर तुसी आप किहड़ी गल्लों कारां दे विच सफ़र करदे हो? चलो ट्रैक्टर ते बैठो, तुहानूं पता लगे भी भाई ये खेतीबाड़ी कितनी औखी है, तो सारे खर्चे पानी कढ़ के ते विचों बचदा की, निकलदा विचों की है। सो मैनूं हैरानी हुई इस गल दे उत्ते भी जदों कनेडा दे विच वड्डी गिणती दे विच पंजाबी भाईचारा किसानां दे नाल बैठा, ਜਦੋਂ ਉਹਨਾਂ ਦੇ ਹੱਕ ਦੇ ਵਿੱਚ ਖੜਾ, ਉਹ ਹਰ ਤਰੀਕੇ ਦੇ ਨਾਲ ਮੋਰਲੀ ਸਪੋਰਟ ਦੀ ਗੱਲ ਹੋਵੇ ਜਾਂ ਕੋਈ ਆਰਥਿਕ ਤੌਰ ਦੇ ਉੱਤੇ ਮਦਦ ਦੀ ਗੱਲ ਹੋਵੇ, ਦਿਨ ਰਾਤ ਇੱਕ ਕਰ ਰਿਹਾ। ਜੇ ਦਿਨ ਦੇ ਵਿੱਚ ਤੁਹਾਨੂੰ ਕਿਸੇ ਨੂੰ 15 ਫੋਨ ਵਿਦੇਸ਼ ਦੇ ਵਿੱਚੋਂ ਆਉਣ ਜਾਂ ਭਾਵੇਂ 5 ਆਉਣ, ਪਰ 5 ਦੇ ਵਿੱਚੋਂ 3 ਫੋਨ ਕਰਨ ਵਾਲੇ ਗੱਲ ਕਹਿਣਗੇ ਵੀ ਕਿਸਾਨਾਂ ਦਾ ਕੀ ਬਣੂਗਾ। ਜੇ 20 ਫੋਨ ਆਉਂਦੇ, 20 ਦੇ ਵਿੱਚੋਂ 18 ਜਣੇ ਇਹ ਗੱਲ ਕਹਿਣਗੇ ਵੀ ਕਿਸਾਨਾਂ ਵੀਰਾਂ ਦਾ ਕੀ ਬਣੂਗਾ। ਇਸ ਕਰਕੇ ਉਹ ਤਾਂ ਉੱਥੇ ਬੈਠੇ ਦਰਦ ਮਹਿਸੂਸ ਕਰਦੇ ਆ, ਪਰ ਭਾਰਤੀ ਕੌਂਸਲੇਟ ਨੂੰ ਇਸ ਗੱਲ ਦਾ ਫਿਕਰ ਆ ਵੀ ਕਿਤੇ ਭਾਰਤ ਦੀ ਸਰਕਾਰ ਦਾ ਅਕਸ ਨਾ ਖਰਾਬ ਹੋ ਜੇ। ਅਕਸ ਚਮਕਾਉਣ ਦੇ ਲਈ ਪੂਰੀ ਦੁਨੀਆ ਦੇ ਵਿੱਚ ਗੱਲ ਇਹੋ ਜਿਹੀ ਕਰਨੀ ਪੈਂਦੀ ਹੈ ਜਿਹਦੇ ਕਰਕੇ ਲੋਕਾਂ ਦੇ ਮਨ ਜਿਹੜੇ ਉਹ ਟੁੰਬੇ ਜਾਣ, ਪਰ ਧੱਕੇ ਦੇ ਨਾਲ ਕਦੇ ਅਕਸ ਨਹੀਂ ਚਮਕਾਇਆ ਜਾਂਦਾ। ਤੁਸੀਂ ਮੀਡੀਆ ਦੇ ਰਾਹੀਂ ਜਾਂ ਸਿਲੇਬਸ ਦੇ ਰਾਹੀਂ ਇੱਕ ਅੱਧੀ ਗੱਲ ਨੂੰ ਪਿੱਛੇ ਕਰ ਲੋਗੇ, ਇੱਕ ਅੱਧੀ ਗੱਲ ਨੂੰ ਮੂਹਰੇ ਕਰ ਲੋਗੇ, ਪਰ ਇਹ ਸੱਚਾਈ ਬਦਲਣ ਵਾਲੀ ਗੱਲ ਨਹੀਂ। ਤੇ ਸੱਚ ਇਹ ਹੈ ਕਿ ਕਿਸਾਨਾਂ ਵਰਗਾ ਸਿਰੜੀ ਕੋਈ ਨਹੀਂ। ਜੇ ਸਿਰੜਨਾ ਹੁੰਦਾ ਉਹ 7 ਮਹੀਨੇ ਤੋਂ ਟਿਕ ਕੇ ਇੱਥੇ ਨਾ ਬਹਿੰਦੇ। ਪੰਜਾਬ ਦੇ ਵਿੱਚ ਵਿਧਾਇਕਾਂ ਦੇ 2 ਪੁੱਤਾਂ ਨੂੰ ਨੌਕਰੀ ਦੇ ਮਾਮਲੇ ਦੇ ਉੱਤੇ ਕਾਂਗਰਸ ਵੰਡੀ ਗਈ ਹੈ। ਇੱਕ ਧੜੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਡੀ ਸਰਕਾਰ ਸਹੀ ਨਹੀਂ ਕਰ ਰਹੀ, ਜਿਵੇਂ ਕਿ ਅਸੀਂ ਪਹਿਲੀ ਖਬਰ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਪਰ ਪ੍ਰਗਟ ਸਿੰਘ ਹੋਰਾਂ ਦੇ ਵੱਲੋਂ, ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ, ਰਾਜਾ ਵੜਿੰਗ ਦੇ ਵੱਲੋਂ, ਸੁਨੀਲ ਜਾਖੜ ਦੇ ਵੱਲੋਂ ਤੇ ਕੁਝ ਹੋਰਨਾਂ ਵਿਧਾਇਕਾਂ ਦੇ ਵੱਲੋਂ ਖੁੱਲ੍ਹ ਕੇ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਇਹੋ ਜਿਹੇ ਫੈਸਲੇ ਨਹੀਂ ਲੈਣੇ ਚਾਹੀਦੇ। ਇਹਨਾਂ ਵਿਧਾਇਕਾਂ ਦੇ ਵਿੱਚੋਂ ਕਈਆਂ ਨੇ ਪਹਿਲਾਂ ਵੀ ਕੈਪਟਨ ਸਰਕਾਰ ਦੇ ਫੈਸਲਿਆਂ ਦੇ ਉੱਤੇ ਉਂਗਲ ਚੁੱਕੀ ਹੈ। ਇਹ ਵੱਖਰੀ ਗੱਲ ਹੈ ਕਿ ਜਿਹੜੇ ਉਂਗਲ ਚੁੱਕਣ ਵਾਲੇ ਆ ਉਹ ਸਵੀਕਾਰ ਹੋਣਗੇ ਕੈਪਟਨ ਨੂੰ ਕਿ ਨਹੀਂ ਹੋਣਗੇ, ਪਰ ਕੁਝ ਕੁ ਮੰਤਰੀਆਂ ਨੇ ਤੇ ਵਿਧਾਇਕਾਂ ਨੇ ਇਹ ਗੱਲ ਕਹੀ ਹੈ ਵੀ ਜੋ ਰਾਜਾ ਸਾਹਿਬ ਕਰਦੇ ਆ ਉਹ ਸਹੀ ਕਰਦੇ ਆ, ਤੇ ਜਿਹੜੇ ਸਹੀ ਦੀ ਗੱਲ ਕਰਦੇ ਆ ਉਹਦੇ ਵਿੱਚ ਪੰਜਾਬ ਦੇ 9 ਦੇ ਕਰੀਬ ਮੰਤਰੀ ਆ। ਅੱਜ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੇ ਵਿੱਚ ਵੀ ਸੱਦਿਆ ਗਿਆ। ਪੰਜਾਬ ਦੇ ਕਈ ਵਿਧਾਇਕ ਤੇ ਕਈ ਮੰਤਰੀ ਦਿੱਲੀ ਦੇ ਵਿੱਚ ਸੱਦੇ ਗਏ ਆ, ਪਰ ਪੰਜਾਬ ਕਾਂਗਰਸ ਦਾ ਭਵਿੱਖ ਕੀ ਹੋਊਗਾ? ਕੀ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਬਣਾਉਣਗੇ? ਕੀ ਉਹਨਾਂ ਨੂੰ ਕਾਂਗਰਸ ਦੇ ਵਿੱਚ ਐਡਜਸਟ ਕੀਤਾ ਜਾਊਗਾ? ਕੀ ਉਹ ਆਪ ਦੇ ਵੱਲ ਜਾਣਗੇ? ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਕਾਂਗਰਸ ਦੇ ਵਿੱਚ ਭੰਬਲ ਭੂਸਾ ਜਾਰੀ ਹੈ। ਪਹਿਲਾਂ ਹੀ ਕਈ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਕੈਪਟਨ ਦੀ ਸਰਕਾਰ ਹੁਣ ਰਾਕੇਸ਼ ਪਾਂਡੇ ਤੇ ਫਤਿਹਜੰਗ ਸਿੰਘ ਬਾਜਵਾ ਦੇ ਪੁੱਤਾਂ ਨੂੰ ਨੌਕਰੀ ਦਾ ਐਲਾਨ ਕਰਕੇ ਕਸੂਤੀ ਕਰ ਗਈ ਹੈ। ਇਸ ਮਾਮਲੇ ਦੇ ਉੱਤੇ ਕਾਂਗਰਸੀਆਂ ਨੇ ਹੀ ਆਪਣੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਹ ਇੱਕ ਵੱਖਰੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਨੌਕਰੀਆਂ ਰੱਦ ਨਹੀਂ ਹੋਣਗੀਆਂ। ਵਿਧਾਇਕਾਂ ਦੇ ਵਿੱਚੋਂ ਕਈਆਂ ਨੇ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਸਹੀ ਨੇ, ਪਰ ਕਈਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਪਾਸੜ ਫੈਸਲੇ ਕਰਦੇ ਨੇ ਆਪਣੇ ਸਵਾਰਥ ਦੀ ਖਾਤਰ। ਇੱਥੇ ਵੀ ਰਸਨਾ ਬਣਦਾ ਕਿ ਰਾਕੇਸ਼ ਪਾਂਡੇ ਵਿਧਾਇਕ ਨੇ ਕਿਹਾ ਕਿ ਸਾਡੇ ਟੱਬਰਾਂ ਦੇ ਵਿੱਚ 70 ਵਿਸ਼ੇ, ਕਿਉਂਕਿ ਸਾਡੇ ਪਰਿਵਾਰ ਦੇ ਮੁਖੀ ਉਸ ਦੌਰ ਦੇ ਵਿੱਚ, ਕਾਲੇ ਦੌਰ ਦੇ ਵਿੱਚ ਦੁਨੀਆ ਤੋਂ ਚਲੇ ਗਏ। ਇਸ ਕਰਕੇ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਗਵਾਏ ਆ, ਸਿਰਫ ਉਹਨਾਂ ਨੂੰ ਹੀ ਪਤਾ ਕਿ ਤਰਸ ਦੇ ਆਧਾਰ ਦੇ ਉੱਤੇ ਕੀ ਕੁਝ ਮਿਲਣਾ ਚਾਹੀਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਮਿਲਣੀ ਚਾਹੀਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਜਦੋਂ ਕਿਸੇ ਨੂੰ ਨੌਕਰੀ ਦੇਣੀ ਆ ਉਦੋਂ ਮੈਰਿਟ ਦਾ ਵੀ ਖਿਆਲ ਰੱਖਣਾ ਚਾਹੀਦਾ। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਕਿ ਫਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਨੂੰ ਮਾਡਲਿੰਗ ਦਾ ਸ਼ੌਕ ਹੈ। ਉਹਨਾਂ ਦੀ ਪਹਿਲੀ ਫਿਲਮ ਆਉਣੀ ਆ ਜਾਂ ਆ ਵੀ ਚੁੱਕੀ ਆ, ਕੁਛ ਇੱਦਾਂ ਦੀ ਜਾਣਕਾਰੀ ਮਿਲੀ ਹੈ।
ਸਿੰਘ ਇਜ਼ ਬਲਿੰਗ ਫਿਲਮ ਦੇ ਵਿੱਚ ਵੀ ਉਹਨਾਂ ਦੀ ਪਿੱਠਵਰਤੀ ਗੱਲ ਸੀ। ਉਹ ਡਾਇਰੈਕਟਰ ਦੇ ਨਾਲ ਜੁੜੇ ਹੋਏ ਸੀ, ਨਿਰਦੇਸ਼ਨ ਦੇ ਨਾਲ ਜੁੜੇ ਹੋਏ ਸੀ। ਉਹਨਾਂ ਨੇ ਕਈ ਥਾਵਾਂ ਦੇ ਉੱਤੇ ਵੱਖ-ਵੱਖ ਮੈਗਜ਼ੀਨਾਂ ਦੇ ਲਈ ਵੀ ਆਪਣੀ ਫੋਟੋਗ੍ਰਾਫੀ ਪੇਸ਼ ਕੀਤੀ ਹੈ, ਯਾਨੀ ਕਿ ਉਹਨਾਂ ਦੀਆਂ ਤਸਵੀਰਾਂ ਛਪੀਆਂ, ਯਾਨੀ ਕਿ ਉਹ ਫਿਲਮੀ ਖੇਤਰ ਦੇ ਵਿੱਚ ਉਡਾਰੀ ਭਰਨ ਦੇ ਚਾਹਵਾਨ। ਪਰ ਇਸ ਦੇ ਬਾਵਜੂਦ ਉਹਨਾਂ ਨੂੰ ਇੰਸਪੈਕਟਰ ਦੀ ਨੌਕਰੀ। ਜਿਹੜੇ ਰਾਕੇਸ਼ ਪਾਂਡੇ ਦੇ ਪੁੱਤਰ ਆ ਉਹ ਸਮਾਜ ਸੇਵੀ ਕੰਮ ਕਰਦੇ ਆ, ਉਹ ਸਮਾਜ ਸੇਵੀ ਕੰਮ ਕਰਦੇ, ਇਸ ਦੇ ਬਾਵਜੂਦ ਨਾਇਬ ਤਹਿਸੀਲਦਾਰ। ਤੇ ਮੈਨੂੰ ਤਾਂ ਜ਼ਾਤੀ ਤੌਰ ਤੇ ਲੱਗਦਾ ਕਿ ਇਹ ਦੋਵੇਂ ਬੱਚਿਆਂ ਦੀ ਰੁਚੀ ਨੂੰ ਵੀ ਖਤਮ ਕਰਨ ਵਾਲੀ ਗੱਲ ਹੈ। ਜਾਣਾ ਉਹ ਕਿਹੜੇ ਖੇਤਰ ਦੇ ਵਿੱਚ ਚਾਹੁੰਦੇ ਆ, ਪਰ ਸਰਕਾਰ ਭੇਜ ਕਿਹੜੇ ਖੇਤਰ ਦੇ ਵਿੱਚ ਰਹੀ ਹੈ। ਤੇ ਜਿਹੜੇ ਡਿਗਰੀਆਂ ਕਰਕੇ ਸੰਬੰਧਿਤ ਕੰਮ ਕਰਨਾ ਚਾਹੁੰਦੇ ਆ, ਉਸੇ ਖੇਤਰ ਦੇ ਵਿੱਚ ਭਵਿੱਖ ਚਮਕਾਉਣਾ ਚਾਹੁੰਦੇ ਆ, ਸੇਵਾ ਦੇਣੀ ਚਾਹੁੰਦੇ ਆ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਇਸ ਕਰਕੇ ਸਰਕਾਰ ਦੇ ਫੈਸਲੇ ਸਾਰੇ ਹੀ ਉਲਟੇ ਪੁਲਟੇ ਹੈਗੇ ਆ। ਕੈਪਟਨ ਸਰਕਾਰ ਨੇ ਜੇਕਰ ਘਰ ਘਰ ਦੇ ਵਿੱਚ ਨੌਕਰੀ ਦਿੱਤੀ ਹੋਵੇ ਤਾਂ ਫਿਰ ਲੋਕ ਇਹ ਗੱਲ ਕਹਿਣ ਵੀ ਯਾਰ ਹਰ ਬੰਦੇ ਨੂੰ ਨੌਕਰੀ ਮਿਲ ਗਈ, ਘਰ ਘਰ 'ਚ ਨੌਕਰੀ ਮਿਲੀ ਹੈ, ਚੱਲ 2 ਵਿਧਾਇਕਾਂ ਦੇ ਪੁੱਤਾਂ ਨੂੰ ਵੀ ਮਿਲ ਗਈ ਤਾਂ ਕੀ ਹੋ ਗਿਆ। ਪਰ ਘਰ ਘਰ ਦੇ ਵਿੱਚ ਮਿਲੀ ਨਹੀਂ ਤੇ ਵਿਧਾਇਕਾਂ ਦੇ ਧੀਆਂ ਪੁੱਤਾਂ ਨੂੰ ਨੌਕਰੀ ਮਿਲਦੀ ਹੈ। ਸਵਾਲ ਇੱਥੇ ਪੈਦਾ ਹੋਇਆ। ਹੁਣ ਤਾਂ ਲੋਕਾਂ ਨੇ ਇਹ ਵੀ ਗੱਲ ਕਹਿਣੀ ਸ਼ੁਰੂ ਕਰਤੀ ਹੈ ਵੀ ਕੈਪਟਨ ਸਾਹਿਬ ਨੇ ਇਉਂ ਥੋੜ੍ਹੀ ਕਿਹਾ ਸੀ ਵੀ ਆਮ ਲੋਕਾਂ ਦੇ ਵਿੱਚ ਘਰ ਘਰ ਦੇ ਵਿੱਚ ਨੌਕਰੀ ਮਿਲੂਗੀ। ਉਹਨਾਂ ਨੇ ਕਿਹਾ ਸੀ ਘਰ ਘਰ ਨੌਕਰੀ ਮਿਲੂਗੀ, ਕੀ ਪਤਾ ਕਿਆ ਹੋਵੇ ਵੀ ਵਿਧਾਇਕਾਂ ਦੇ ਹੀ ਘਰ ਘਰ ਦੇ ਵਿੱਚ ਨੌਕਰੀ ਮਿਲੂਗੀ। ਇਸ ਗੱਲ ਨੂੰ ਆਪਾਂ ਸਮਝਣ ਤੋਂ ਉਦੋਂ ਅਸਮਰੱਥ ਰਹੇ ਹਾਂ। ਸੋ ਲੋਕਾਂ ਦੇ ਮਨ ਵਿੱਚ 100 ਕਿਸਮ ਦੇ ਸਵਾਲ ਆ ਤੇ ਕਈ ਵੱਡੇ ਸ਼ਿਕਵੇ ਵੀ ਆ, ਗਿਲੇ ਵੀ ਆ ਕਿ ਜਿਨ੍ਹਾਂ ਨੂੰ ਅਸੀਂ ਜਿਤਾਉਣੇ ਆ ਉਹ ਸਾਡੀ ਕਸਵੱਟੀ ਦੇ ਉੱਤੇ ਖਰੇ ਕਿਉਂ ਨਹੀਂ ਉਤਰਦੇ। ਬਾਕੀ ਵਕਤ ਦੱਸੂ। ਲੋਕ ਵੀ ਕਈ ਵਾਰ ਫਿਰ ਜਾਂਦੇ ਆ ਤੇ ਸਰਕਾਰਾਂ ਅਕਸਰ ਫਿਰਦੀਆਂ। 2022 ਦੀਆਂ ਚੋਣਾਂ ਦੇ ਵਿੱਚ ਬਹੁਤਾ ਸਮਾਂ ਨਹੀਂ ਤੇ ਲੋਕਾਂ ਦੀ ਬੌਧਿਕਤਾ ਦਾ ਪਤਾ ਲੱਗ ਜਾਣਾ ਕਿ ਕੌਣ ਕਿੱਥੇ ਜੇ ਖੜਾ ਤੇ ਸਰਕਾਰਾਂ ਕੀ ਕਰਦੀਆਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।